ਸਰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਮੇਰਾ ਅੱਜ ਦਾ ਟੌਪਿਕ ਹੈ ਹਾਊ ਟੂ ਯੂਜ਼ ਸਿਕਿਉਰਲੀ ਸਮਾਰਟਫੋਨਸ ਇਨ ਕੋਵਿਡ-19। ਕੋਵਿਡ-19 ਦੇ ਵਿੱਚ ਆਪਾਂ ਸਮਾਰਟਫੋਨਸ ਨੂੰ ਕਿਸ ਤਰੀਕੇ ਨਾਲ ਸਿਕਿਉਰਲੀ ਯੂਜ਼ ਕਰ ਸਕਦੇ ਹਾਂ, ਅੱਜ ਆਪਾਂ ਇਸ ਲੈਕਚਰ ਵਿੱਚ ਡਿਸਕਸ ਕਰਾਂਗੇ। ਜਿੱਦਾਂ ਕਿ ਅੱਜ ਕੱਲ੍ਹ ਤੁਸੀਂ ਜਾਣਦੇ ਹੋ ਕਿ ਮੋਬਾਈਲ ਫੋਨ ਦੀ ਵਰਤੋਂ ਜਿਹੜੀ ਆ ਉਹ ਬਹੁਤ ਜ਼ਿਆਦਾ ਵੱਧ ਚੁੱਕੀ ਹੋਈ ਆ, ਪਰ ਅਸੀਂ ਉਹਨਾਂ ਮੋਬਾਈਲ ਫੋਨਸ ਨੂੰ ਪੂਰੇ ਸਿਕਿਉਰ ਤਰੀਕੇ ਨਾਲ ਨਹੀਂ ਵਰਤ ਰਹੇ, ਜਿਹਦੇ ਕਾਰਨ ਸਾਨੂੰ ਕਾਫੀ ਜਿਹੜੀਆਂ ਆ ਉਹ ਪ੍ਰੋਬਲਮਸ ਦਾ ਸਾਹਮਣਾ ਕਰਨਾ ਪੈ ਸਕਦਾ। ਅਤੇ ਆਓ ਅੱਜ ਆਪਾਂ ਇਹਨਾਂ ਦੇ ਬਾਰੇ ਡਿਟੇਲ ਵਿੱਚ ਡਿਸਕਸ ਕਰਦੇ ਹਾਂ। ਜਿੱਦਾਂ ਕਿ ਸੋਸ਼ਲ ਨੈਟਵਰਕਿੰਗ ਸਾਈਟ ਫੇਸਬੁੱਕ, ਵਟਸਐਪ, ਸਨੈਪਚੈਟ, ਟਿਕਟੋਕ, ਇੱਦਾਂ ਦੀ ਬਹੁਤ ਸਾਰੀਆਂ ਐਪਸ ਆ ਜੋ ਆਪਾਂ ਦਿਨ ਬ ਦਿਨ ਜਿਹੜਾ ਆ ਉਹਨਾਂ ਦੀ ਵਰਤੋਂ ਵਧਾ ਚੁੱਕੇ ਹੋਏ ਹਾਂ। ਗੇਮਸ ਦਾ ਬੱਚੇ ਦੇ ਉੱਪਰ ਬਹੁਤ ਸਾਰਾ ਇਫੈਕਟ ਹੈਗਾ। ਬੱਚੇ ਲਗਾਤਾਰ ਕਈ ਘੰਟੇ ਗੇਮਸ ਦੇ ਉੱਪਰ ਆਪਣਾ ਟਾਈਮ ਸਪੈਂਡ ਕਰ ਰਹੇ ਆ। ਵੀਡੀਓ ਕਾਨਫਰੈਂਸਿੰਗ ਐਪਸ ਦੀ ਵਰਤੋਂ ਟੀਚਰਸ ਅਤੇ ਬੱਚਿਆਂ ਦੁਆਰਾ ਉਹਦੇ ਵਿੱਚ ਬਹੁਤ ਇੱਕ ਗਰੋਥ ਆਈ ਆ ਕੁਝ ਦਿਨਾਂ ਦੇ ਵਿੱਚ, ਕਿਉਂਕਿ ਲੋਕਡਾਊਨ ਹੋਣ ਦੇ ਕਾਰਨ ਸਾਨੂੰ ਬੱਚਿਆਂ ਨੂੰ ਟੀਚ ਕਰਨ ਵਾਸਤੇ ਇਹਨਾਂ ਐਪਸ ਦੀ ਜਿਹੜੀ ਆ ਵਰਤੋਂ ਕਰਨੀ ਪੈ ਰਹੀ ਹੈ। ਔਨਲਾਈਨ ਮੂਵੀਜ਼ ਦੇਖਣ ਵਾਸਤੇ ਨੈਟਫਲਿਕਸ, ਐਮਾਜ਼ੋਨ, ਈਮੇਲ ਵਾਸਤੇ ਅਲੱਗ-ਅਲੱਗ ਤਰ੍ਹਾਂ ਦੀਆਂ ਐਪਸ, ਕੋਵਿਡ ਨਾਲ ਰਿਲੇਟਡ ਐਪਸ, ਫਿਟਨੈਸ ਨਾਲ ਰਿਲੇਟਡ ਐਪਸ, ਬਹੁਤ ਸਾਰੀਆਂ ਐਪਸ ਆ ਜਿਹੜੀਆਂ ਆਪਣੀਆਂ ਦਿਨ ਬ ਦਿਨ ਜਿਹੜੀਆਂ ਉਹਨਾਂ ਦੀ ਜਿਹੜੀ ਆ ਉਹ ਡਾਊਨਲੋਡਿੰਗ ਜਿਹੜੀ ਵੱਧਦੀ ਜਾ ਰਹੀ ਆ। ਅਸੀਂ ਹਰ ਦਿਨ ਕਈ ਤਰ੍ਹਾਂ ਦੀਆਂ ਐਪ ਜਿਹੜੀਆਂ ਉਹ ਪਲੇ ਸਟੋਰ ਤੋਂ ਸਰਚ ਕਰਦੇ ਹਾਂ ਅਤੇ ਉਹਨੂੰ ਡਾਊਨਲੋਡ ਕਰਕੇ ਆਪਣੇ ਮੋਬਾਈਲ ਵਿੱਚ ਇੰਸਟਾਲ ਕਰ ਰਹੇ ਹਾਂ, ਅਤੇ ਇਹ ਗਿਣਤੀ ਜਿਹੜੀ ਆ ਦਿਨ ਬ ਦਿਨ ਵੱਧਦੀ ਜਾ ਰਹੀ ਆ। ਗ੍ਰਾਫਸ ਦੇਖਾਂਗੇ, ਰੀਸੈਂਟਲੀ ਜੋ ਡਾਟਾ ਦੇਖਾਂਗੇ ਉਹਨਾਂ ਦੇ ਅਕੋਰਡਿੰਗਲੀ ਜੋ ਇੰਟਰਨੈਟ ਦੀ ਵਰਤੋਂ ਜਿਹੜੀ ਆ ਜਦੋਂ ਦਾ ਲੋਕਡਾਊਨ ਹੋਇਆ ਆ ਉਦੋਂ ਦੀ ਇਸ ਦੇ ਵਿੱਚ ਇੱਕ ਬਹੁਤ ਭਾਰੀ ਮਾਤਰਾ ਵਿੱਚ ਵਾਧਾ ਹੋ ਚੁੱਕਾ ਹੋਇਆ। ਅਤੇ ਉਹ ਐਪਸ ਜੋ ਅਸੀਂ ਡਾਊਨਲੋਡ ਕਰ ਰਹੇ ਹਾਂ ਉਹਨਾਂ ਦੇ ਨਾਲ ਸਾਡੀ ਜੋ ਸਾਈਬਰ ਕ੍ਰਾਈਮ ਹੈਗਾ ਉਹਦੇ ਵਿੱਚ ਵੀ ਬਹੁਤ ਜ਼ਿਆਦਾ ਵਾਧਾ ਹੋ ਚੁੱਕਾ ਹੋਇਆ ਆ, ਕਿਉਂਕਿ ਅਸੀਂ ਉਹਨਾਂ ਚੀਜ਼ਾਂ ਨੂੰ ਸਿਕਿਉਰਲੀ ਯੂਜ਼ ਨਹੀਂ ਕਰ ਰਹੇ ਅਤੇ ਸਾਨੂੰ ਕਿਤੇ ਨਾ ਕਿਤੇ ਸਾਈਬਰ ਕ੍ਰਾਈਮ ਦਾ ਜਿਹੜਾ ਆ ਉਹ ਇੰਪੈਕਟ ਸਹਿਣਾ ਪੈ ਰਿਹਾ ਆ। ਅਤੇ ਆਓ ਅੱਜ ਆਪਾਂ ਜਾਣਦੇ ਹਾਂ ਕਿ ਕਿਸ ਤਰੀਕੇ ਨਾਲ ਜਿਹੜਾ ਆ ਉਹ ਸਮਾਰਟਫੋਨ ਸਾਨੂੰ ਇਫੈਕਟ ਕਰ ਰਿਹਾ। ਸਾਨੂੰ ਕਿਉਂ ਡਰਨਾ ਚਾਹੀਦਾ ਹੈ? ਹੁਣ ਸਮਾਰਟਫੋਨ ਸਾਡੇ ਸਾਰਿਆਂ ਦੇ ਕੋਲ ਹੈ। ਸਮਾਰਟਫੋਨ ਦਿਨ ਤੋਂ ਲੈ ਕੇ ਰਾਤ ਤੱਕ ਹਮੇਸ਼ਾ ਸਾਡੇ ਨਾਲ ਰਹਿੰਦਾ, ਅਤੇ ਇਹਦੇ ਵਿੱਚ ਬਹੁਤ ਸਾਰਾ ਸਾਡਾ ਜੋ ਡਾਟਾ ਸਟੋਰ ਹੁੰਦਾ। ਉਹਨਾਂ ਦੇ ਵਿੱਚ ਸਭ ਤੋਂ ਪਹਿਲਾਂ ਸਾਡਾ ਬਹੁਤ ਸਾਰਾ ਇੰਪੋਰਟੈਂਟ ਡਾਟਾ, ਜਿੱਦਾਂ ਕਿ ਆਪਾਂ ਬਹੁਤ ਸਾਰੀਆਂ ਸੋਸ਼ਲ ਨੈਟਵਰਕਿੰਗ ਐਪਸ ਜਿੱਦਾਂ ਕਿ ਫੇਸਬੁੱਕ, ਵਟਸਐਪ ਇਹਨਾਂ ਯੂਜ਼ ਕਰ ਰਹੇ ਹਾਂ, ਅਤੇ ਕੀ ਹਰ ਵਾਰੀ ਆਪਾਂ ਉਹਦੇ ਵਿੱਚ ਆਪਣਾ ਪਾਸਵਰਡ ਭਰਦੇ ਹਾਂ? ਮੇਰੇ ਖਿਆਲ ਨਾਲ ਨਹੀਂ, ਕਿਉਂਕਿ ਉਹ ਸਾਰਾ ਕੁਝ ਜਿਹੜਾ ਆ ਸਾਡੇ ਮੋਬਾਈਲ ਦੇ ਵਿੱਚ ਹੀ ਸੇਵ ਆ। ਜਦੋਂ ਆਪਾਂ ਉਸ ਐਪ ਨੂੰ ਦੁਬਾਰਾ ਇੰਸਟਾਲ ਕਰਦੇ ਹਾਂ ਤਾਂ ਉਹ ਆਟੋਮੈਟਿਕਲੀ ਆਪਣਾ ਪਾਸਵਰਡ ਜਿਹੜਾ ਆ ਉਹ ਪਿਕ ਕਰ ਲੈਂਦਾ ਅਤੇ ਸਾਨੂੰ ਦੁਬਾਰਾ ਨਹੀਂ ਭਰਨਾ ਪੈਂਦਾ, ਕਿਉਂਕਿ ਉਹ ਸਭ ਕੁਝ ਹੀ ਮੇਰੇ ਮੋਬਾਈਲ ਦੇ ਵਿੱਚ ਹੀ ਸਟੋਰ ਆ। ਅਤੇ ਇਹ ਕ੍ਰੈਡੈਂਸ਼ੀਅਲ ਜਿਹੜੇ ਹੈਗੇ ਆ ਉਹ ਤੁਹਾਡੇ ਮੋਬਾਈਲ ਦੇ ਵਿੱਚ ਹੀ ਸਟੋਰ ਹੈਗੇ ਆ, ਜੋ ਬਹੁਤ ਇੰਪੋਰਟੈਂਟ ਹਨ। ਸਾਡੇ ਬੈਂਕਿੰਗ ਐਪਸ ਭੀਮ, ਪੇਟੀਐਮ, ਗੂਗਲ ਪੇ, ਇੱਦਾਂ ਦੀਆਂ ਬਹੁਤ ਸਾਰੀਆਂ ਬੈਂਕਿੰਗ ਐਪ ਆ ਜਿਹੜੀਆਂ ਅਸੀਂ ਆਪਣੇ ਮੋਬਾਈਲ ਦੇ ਵਿੱਚ ਇੰਸਟਾਲ ਕੀਤੀਆਂ ਹੋਈਆਂ, ਅਤੇ ਆਪਣਾ ਜੋ ਵੀ ਬੈਂਕਿੰਗ ਨਾਲ ਰਿਲੇਟਡ ਜਿਹੜਾ ਟਾਸਕ ਹੈਗੇ ਆ ਉਹ ਅਸੀਂ ਆਪਣੀਆਂ ਐਪਸ ਦੇ ਜ਼ਰੀਏ ਹੀ ਆਪਣੇ ਮੋਬਾਈਲ ਤੋਂ ਹੀ ਕਰ ਲੈਂਦੇ ਹਾਂ। ਸਾਡੇ ਫਾਈਨੈਂਸ਼ੀਅਲ ਲੈਣ ਦੇਣ ਸਟੋਰ ਹੁੰਦੇ ਆ, ਜਿੱਦਾਂ ਕਿ ਹੁਣ ਕੋਈ ਵੀ ਅਸੀਂ ਫਾਈਨੈਂਸ਼ੀਅਲ ਚਾਹੇ LIC ਦੀ ਕੋਈ ਪੇਮੈਂਟ ਕਰ ਰਹੇ ਹਾਂ, ਚਾਹੇ ਕੋਈ ਪੇਮੈਂਟ ਕਰ ਰਹੇ ਹਾਂ, ਉਹਦੇ OTP ਜਿਹੜੇ ਆ ਉਹ ਸਾਡੇ ਮੋਬਾਈਲ 'ਤੇ ਹੀ ਆਉਂਦੇ, ਅਤੇ ਮੋਬਾਈਲ ਦੇ ਜ਼ਰੀਏ ਹੀ ਉਹਨਾਂ ਨੂੰ ਓਪਰੇਟ ਕੀਤਾ ਜਾਂਦਾ, ਅਤੇ ਇਹ ਸਾਰਾ ਫਾਈਨੈਂਸ਼ੀਅਲ ਡਾਟਾ ਵੀ ਸਾਡਾ ਮੋਬਾਈਲ ਦੇ ਵਿੱਚ ਹੀ ਸਟੋਰ ਹੁੰਦਾ। ਸਾਡੇ ਮੈਸੇਜਿਸ ਵਟਸਐਪ ਦੇ ਉੱਪਰ ਜਾਂ ਹੋਰ ਮੈਸੇਜਿੰਗ ਸਰਵਿਸਿਜ਼ ਹੈਗੀਆਂ, ਉਹਨਾਂ ਦੇ ਨਾਲ ਜੋ ਸਾਡੀ ਚੈਟਿੰਗ ਹੁੰਦੀ ਆ, ਕਾਲਿੰਗ ਹੁੰਦੀ ਆ, ਉਹਨਾਂ ਦੇ ਮੈਸੇਜ ਜਿਹੜੇ ਆ ਉਹ ਸਭ ਕੁਝ ਸਾਡਾ ਮੋਬਾਈਲ ਦੇ ਵਿੱਚ ਹੀ ਸਟੋਰ ਹੁੰਦਾ। ਅਸੀਂ ਮੋਬਾਈਲ ਦੇ ਵਿੱਚ ਫੋਟੋਗ੍ਰਾਫ, ਵੀਡੀਓਜ਼ ਬਣਾਉਂਦੇ ਹਾਂ ਅਤੇ ਉਹ ਆਪਣੇ ਵਾਸਤੇ ਸੇਵ ਰੱਖਦੇ ਹਾਂ, ਅਤੇ ਇਹ ਸਾਰਾ ਡਾਟਾ ਤੁਹਾਡੇ ਜਾਂ ਮੇਰੇ ਆਪਣੇ ਫੋਨ ਦੇ ਵਿੱਚ ਹੀ ਸਟੋਰ ਹੈ। ਇਹ ਟਾਈਮ ਹੈ ਡਰਨ ਦਾ। ਜੇ ਹੁਣ ਦੇਖਿਆ ਜਾਵੇ ਕਿ ਸਾਡੇ ਮੋਬਾਈਲ ਦੇ ਵਿੱਚ ਕੀ ਸਟੋਰ ਹੈ, ਅਤੇ ਆਪਾਂ ਦੇਖਾਂਗੇ ਕਿ ਸਾਡੀ ਸਾਰੀ ਕੰਪਲੀਟ ਜਾਣਕਾਰੀ ਸ਼ਾਇਦ ਉਹਨਾਂ ਤੁਸੀਂ ਆਪਣੇ ਆਪ ਬਾਰੇ ਖੁਦ ਨਹੀਂ ਜਾਣਦੇ ਹੋਵੋਗੇ ਜਿੰਨਾ ਤੁਹਾਡਾ ਮੋਬਾਈਲ ਤੁਹਾਡੇ ਬਾਰੇ ਜਾਣਦਾ। ਤੁਹਾਡੀ ਸਾਰੀ ਪਰਸਨਲ ਜਾਣਕਾਰੀ ਤੁਹਾਡੇ ਫੋਨ ਦੇ ਵਿੱਚ ਸਟੋਰ ਹੈਗੀ ਆ। ਤੁਹਾਡੀ ਸਾਰੀ ਫਾਈਨੈਂਸ਼ੀਅਲ ਜਾਣਕਾਰੀ ਜਿਹੜੀ ਆ ਉਹ ਤੁਹਾਡੇ ਫੋਨ ਵਿੱਚ ਸਟੋਰ ਹੈਗੀ ਆ। ਭਾਵ ਮੇਰਾ ਸਭ ਕੁਝ ਹੀ ਮੇਰੇ ਫੋਨ ਦੇ ਵਿੱਚ ਸਟੋਰ ਹੈ। ਹਾਲਾਂਕਿ ਆਪਾਂ ਇਹ ਸੋਚਦੇ ਹਾਂ ਕਿ ਮੇਰਾ ਮੋਬਾਈਲ ਮੇਰੇ ਕੋਲ ਹੈ, ਅਤੇ ਜੇ ਮੇਰੇ ਕੋਲ ਹੈ ਅਤੇ ਇਸ ਡਾਟਾ ਦਾ ਕੋਈ ਮਿਸਯੂਜ਼ ਨਹੀਂ ਕਰ ਸਕਦਾ। ਨੋਰਮਲੀ ਆਪਾਂ ਉਦੋਂ ਡਰਦੇ ਹਾਂ ਜਦੋਂ ਸਾਡਾ ਫੋਨ ਚੋਰੀ ਹੋ ਜਾਂਦਾ, ਅਤੇ ਹਾਏ ਮੇਰਾ ਫੋਨ ਚੋਰੀ ਹੋ ਗਿਆ ਅਤੇ ਮੇਰਾ ਡਾਟਾ ਜਿਹੜਾ ਆ ਉਹਦਾ ਮਿਸਯੂਜ਼ ਨਾ ਹੋ ਜਾਵੇ। ਪਰ ਅਸੀਂ ਇਹ ਨਹੀਂ ਸੋਚਦੇ ਕਿ ਜੇ ਮੇਰਾ ਫੋਨ ਹੈਕ ਹੋ ਗਿਆ ਅਤੇ ਫੋਨ ਮੇਰੇ ਕੋਲ ਹੁੰਦੇ ਹੋਏ ਵੀ ਮੇਰਾ ਸਾਰਾ ਡਾਟਾ ਜਿਹੜਾ ਹੈ ਉਹ ਚੋਰੀ ਹੋ ਸਕਦਾ। ਅਤੇ ਇਹ ਸਿਕਿਉਰਿਟੀ ਇਸ਼ੂਜ਼ ਦੇ ਬਾਰੇ ਹੀ ਆਪਾਂ ਇਸ ਪ੍ਰੈਜੈਂਟੇਸ਼ਨ ਦੇ ਵਿੱਚ ਸਮਝਣ ਦੀ ਕੋਸ਼ਿਸ਼ ਕਰਾਂਗੇ। ਕੁਝ ਖਾਸ ਮੋਬਾਈਲ ਦੀਆਂ ਆਪਸ਼ਨ ਸਿਕਿਉਰਿਟੀ ਦੇ ਧਿਆਨ ਪੱਖੋਂ। ਹੁਣ ਜੇਕਰ ਅਸੀਂ ਸਿਕਿਉਰਿਟੀ ਦੇ ਪੱਖ ਵਿੱਚ ਦੇਖੀਏ ਤਾਂ ਹਰੇਕ ਮੋਬਾਈਲ ਦੇ ਵਿੱਚ ਕੁਝ ਪਰਮਿਸ਼ਨਸ ਹੁੰਦੀਆਂ।
फ़ोन ਦੇ ਨਾਲ ਰਿਲੇਟਡ, ਕੈਲੰਡਰ ਦੇ ਨਾਲ ਰਿਲੇਟਡ, ਕੈਮਰਾ, ਸੈਂਸਰ, ਲੋਕੇਸ਼ਨ, ਇਹ ਸਾਰੀਆਂ ਜੋ ਪਰਮਿਸ਼ਨਸ ਆ ਇਹਨਾਂ ਦੇ ਨਾਲ ਸਾਡਾ ਪੂਰਾ ਫ਼ੋਨ ਜਿਹੜਾ ਆ ਉਹ ਕੰਟਰੋਲ ਕੀਤਾ ਜਾ ਸਕਦਾ। ਪਰ ਅਸੀਂ ਜਾਣੇ ਅਣਜਾਣੇ ਇਹਨਾਂ ਪਰਮਿਸ਼ਨ ਨੂੰ ਅਲਾਉ ਕਰ ਦਿੰਦੇ ਆ ਤੇ ਜਿਹਦੇ ਨਾਲ ਸਾਨੂੰ ਕਿਤੇ ਨਾ ਕਿਤੇ ਖਮਿਆਜਾ ਜਿਹੜਾ ਆ ਉਹ ਭੁਗਤਣਾ ਪੈਂਦਾ। ਇਹ ਸਾਰੀਆਂ ਸਾਡੀਆਂ ਕ੍ਰਿਟੀਕਲ ਆਪਸ਼ਨਸ ਆ ਜਿਨ੍ਹਾਂ ਨੂੰ ਸਾਡੇ ਮੋਬਾਈਲ ਦੇ ਵਿੱਚ ਪੂਰੇ ਧਿਆਨ ਦੇ ਨਾਲ ਅਪਲਾਈ ਕਰਨਾ ਚਾਹੀਦਾ। ਆਓ ਆਪਾਂ ਕੁਝ ਮੋਬਾਈਲ ਦੀਆਂ ਸੈਟਿੰਗਸ ਬਾਰੇ ਜਾਣੀਏ ਜਿਨ੍ਹਾਂ ਦੇ ਨਾਲ ਅਸੀਂ ਆਪਣੇ ਮੋਬਾਈਲ ਨੂੰ ਸਿਕਿਉਰ ਤਰੀਕੇ ਨਾਲ ਵਰਤਣਾ ਸਿੱਖ ਪਾਵਾਂਗੇ। ਤੇ ਹੁਣ ਆਪਾਂ ਮੋਬਾਈਲ ਸਕਰੀਨ ਤੇ ਜਾਵਾਂਗੇ ਤੇ ਉਸ ਤੋਂ ਬਾਅਦ 'ਚ ਉਹਦੇ ਥਰੂ ਸਾਰੇ ਸਟੈਪਸ ਨੂੰ ਜਾਣਨ ਦੀ ਕੋਸ਼ਿਸ਼ ਕਰਾਂਗੇ ਜਿਹਦੇ ਨਾਲ ਅਸੀਂ ਆਪਣੇ ਮੋਬਾਈਲ ਨੂੰ ਜਿਹੜਾ ਸਿਕਿਉਰ ਕਰ ਸਕਦੇ ਹਾਂ। ਪਰਮਿਸ਼ਨ ਸੈੱਟ ਕਰਨ ਵਾਸਤੇ ਆਪਾਂ ਐਂਡਰੋਇਡ ਫੋਨ ਦੀ ਗੱਲ ਕਰ ਰਹੇ ਹਾਂ। ਐਂਡਰੋਇਡ ਫੋਨ ਦੇ ਵਿੱਚ ਸੈਟਿੰਗਸ ਦੇ ਵਿੱਚ ਜਾਣਾ, ਆਪਾਂ ਸੈਟਿੰਗਸ ਵਿੱਚ ਜਾਵਾਂਗੇ। ਸੈਟਿੰਗਸ ਵਿੱਚ ਜਾ ਕੇ ਸਾਡੇ ਕੋਲ ਜਦੋਂ ਆਪਾਂ ਨੀਚੇ ਜਾਵਾਂਗੇ ਤੇ ਉਹਦੇ ਵਿੱਚ ਇੱਕ ਐਪਸ ਨਾਮ ਦਾ ਜਿਹੜਾ ਮੈਨੂ ਮਿਲ ਜਾਏਗਾ। ਅਸੀਂ ਇੱਥੇ ਕਲਿੱਕ ਕਰਾਂਗੇ ਤੇ ਉਹਦੇ ਵਿੱਚ ਜੋ ਵੀ ਐਪਸ ਤੁਹਾਡੇ ਮੋਬਾਈਲ ਦੇ ਵਿੱਚ ਇੰਸਟਾਲ ਹੈਗੀਆਂ ਉਹ ਸਾਰੀਆਂ ਸਾਨੂੰ ਇੱਥੇ ਦਿਖਣਗੀਆਂ। ਹੁਣ ਜੋ ਵੀ ਅਸੀਂ ਐਪ ਇੰਸਟਾਲ ਕੀਤੀ ਹੋਏਗੀ ਜਦੋਂ ਆਪਾਂ ਉੱਥੇ ਕਲਿੱਕ ਕਰਦੇ ਹਾਂ ਤੇ ਜਿਸ ਤਰੀਕੇ ਨਾਲ ਮੈਂ ਹੁਣ ਆਹ ਵਾਲੀ ਇੱਕ ਐਪ ਹੈ ਇਹਨੂੰ ਕਲਿੱਕ ਕੀਤਾ। ਹੁਣ ਇਹਦੇ ਵਿੱਚ ਸਾਡੇ ਕੋਲ ਇੱਕ ਆਪਸ਼ਨ ਹੁੰਦੀ ਹੈ ਪਰਮਿਸ਼ਨਸ। ਆਪਾਂ ਪਰਮਿਸ਼ਨਸ ਤੇ ਕਲਿੱਕ ਕਰਾਂਗੇ। ਹੁਣ ਇਹਦੇ ਦੋ ਪਰਮਿਸ਼ਨਸ ਅਲਾਉਡ ਔਰ ਡਿਨਾਈਡ ਵੀ ਕਿਹੜੀ ਪਰਮਿਸ਼ਨ ਅਲਾਉ ਕੀਤੀ ਗਈ ਹੈ ਤੇ ਕਿਹੜੀ ਡਿਨਾਈਡ ਕੀਤੀ ਗਈ ਆ। ਹੁਣ ਜਦੋਂ ਇਹ ਐਪ ਇੰਸਟਾਲ ਕੀਤੀ ਗਈ ਤੇ ਇਹਦੇ ਵਿੱਚ ਇਹਨੇ ਸਟੋਰੇਜ ਦੀ ਜਿਹੜੀ ਪਰਮਿਸ਼ਨ ਸੀਗੀ ਉਹ ਮੰਗੀ ਤੇ ਮੈਂ ਇਹਨੂੰ ਅਲਾਉ ਕਰ ਦਿੱਤੀ। ਇਹਨੇ ਕੈਮਰਾ ਦੀ ਪਰਮਿਸ਼ਨ ਮੰਗੀ ਪਰ ਮੈਂ ਅਲਾਉ ਨਹੀਂ ਕੀਤੀ ਕਿਉਂਕਿ ਮੈਨੂੰ ਨਹੀਂ ਲੱਗਦਾ ਸੀਗਾ ਕਿ ਇਸ ਐਪ ਨੂੰ ਕੈਮਰੇ ਦੀ ਲੋੜ ਹੈ। ਤੇ ਜੇਕਰ ਮੈਂ ਇੱਥੇ ਕਲਿੱਕ ਕਰੂੰਗਾ ਤੇ ਇਹਦੇ ਵਿੱਚ ਫਿਰ ਆਪਸ਼ਨ ਆਉਂਦੀ ਹੈ ਅਲਾਉ ਜਾਂ ਡਿਨਾਈ। ਤੇ ਮੈਂ ਜੇ ਇਹਨੂੰ ਅਲਾਉ ਕਰਨਾ ਚਾਹੁੰਦਾ ਮੈਂ ਇੱਥੇ ਕਲਿੱਕ ਕਰਕੇ ਇਹਨੂੰ ਅਲਾਉ ਵੀ ਕਰ ਸਕਦਾ ਜੇ ਡਿਨਾਈ ਵੀ ਕਰ ਸਕਦਾ। ਬੈਕ ਆ ਗਏ ਤੇ ਇਹਨੂੰ ਆਪਾਂ ਡਿਨਾਈ ਹੀ ਰਹਿਣ ਦਿੱਤਾ। ਇਹਦਾ ਜੋ ਵੀ ਐਪਸ ਸਾਡੇ ਮੋਬਾਈਲ ਦੇ ਵਿੱਚ ਇੰਸਟਾਲ ਹੋਣਗੀਆਂ ਉਹਨਾਂ ਸਾਰੀਆਂ ਦੀ ਜਿਹੜੇ ਪਰਮਿਸ਼ਨਸ ਆ ਆਪਾਂ ਇੱਥੇ ਚੈੱਕ ਕਰ ਸਕਦੇ ਹਾਂ। ਜਿੱਦਾਂ ਹੁਣ ਕੈਮ ਸਕੈਨਰ ਆਪਾਂ ਆਮ ਤੌਰ ਤੇ ਸਾਰੇ ਇਹ ਯੂਜ਼ ਕਰਦੇ ਹਾਂ। ਹੁਣ ਆਪਾਂ ਇੱਥੇ ਕਲਿੱਕ ਕਰਾਂਗੇ ਤੇ ਐਪ ਕੈਮ ਸਕੈਨਰ ਦੇ ਵਿੱਚ ਅਸੀਂ ਅੱਗੇ ਪਰਮਿਸ਼ਨਸ ਤੇ ਜਾਵਾਂਗੇ। ਹੁਣ ਪਰਮਿਸ਼ਨ ਦੇ ਵਿੱਚ ਜਾ ਕੇ ਹੁਣ ਇਹਨੇ ਕੈਮਰਾ ਤੇ ਸਟੋਰੇਜ ਕਿਉਂਕਿ ਮੈਨੂੰ ਇਹਨਾਂ ਦੋਵਾਂ ਦੀ ਲੋੜ ਸੀ ਕਿ ਕੈਮਰੇ ਦੇ ਨਾਲ ਆਪਾਂ ਫੋਟੋ ਕਲਿੱਕ ਕਰਨੀ ਆ ਤੇ ਉਹ ਸਕੈਨ ਹੋਏਗੀ ਤੇ ਬਾਅਦ ਨੂੰ ਸਟੋਰ ਕਰਨ ਵਾਸਤੇ ਕੰਪਿਊਟਰ ਜਿਹੜੀ ਮੋਬਾਈਲ ਦੀ ਮੈਮਰੀ ਜਿਹੜੀ ਉਹ ਚਾਹੀਦੀ ਹੈ। ਇਸ ਲਈ ਆਪਾਂ ਕੈਮਰੇ ਤੇ ਸਟੋਰੇਜ ਜਿਹੜੀ ਆ ਇਹਨੂੰ ਅਲਾਉ ਕੀਤਾ ਗਿਆ ਤੇ ਡਿਨਾਈ ਕੋਈ ਨਹੀਂ ਕੀਤਾ ਗਿਆ ਕਿਉਂਕਿ ਇਹਨੇ ਕੋਈ ਹੋਰ ਪਰਮਿਸ਼ਨ ਨਹੀਂ ਮੰਗੀ। ਹਾਂ ਜੇ ਇਹ ਵਾਲੀ ਐਪ ਮੇਰੇ ਕੋਲ ਮਾਈਕਰੋਫੋਨ ਦੀ ਪਰਮਿਸ਼ਨ ਮੰਗਦੀ ਤੇ ਉਹ ਸਹੀ ਨਹੀਂ ਹੁੰਦਾ ਕਿਉਂਕਿ ਇਸ ਐਪ ਨੂੰ ਮਾਈਕਰੋਫੋਨ ਦੀ ਲੋੜ ਨਹੀਂ ਹੈਗੀ। ਜਾਂ ਇਸ ਲਈ ਜਿਹੜੀ ਵੀ ਕੋਈ ਐਪ ਆਪਾਂ ਇੰਸਟਾਲ ਕਰਦੇ ਹਾਂ ਤੇ ਉਹਦੀਆਂ ਪਰਮਿਸ਼ਨ ਜਿਹੜੀਆਂ ਆ ਉਹ ਸਾਨੂੰ ਚੈੱਕ ਕਰਨੀਆਂ ਚਾਹੀਦੀਆਂ ਟਾਈਮ ਟੂ ਟਾਈਮ। ਇਸ ਤਰੀਕੇ ਨਾਲ ਆਪਾਂ ਜਿਹੜੀਆਂ ਐਪ ਦੀਆਂ ਸੈਟਿੰਗ ਜਿਹੜੀਆਂ ਪਰਮਿਸ਼ਨ ਜਿਹੜੀਆਂ ਹੈਗੀਆਂ ਉਹ ਅਲਾਉ ਕਰ ਸਕਦੇ ਆ ਤੇ ਆਪਣੀ ਬਹੁਤ ਸੋਚ ਸਮਝ ਕੇ ਹੀ ਪਰਮਿਸ਼ਨ ਜਿਹੜੀਆਂ ਆ ਕਿਸੇ ਐਪ ਨੂੰ ਦੇਣੀਆਂ ਚਾਹੀਦੀਆਂ ਨਹੀਂ ਤਾਂ ਉਹ ਐਪ ਜਿਹੜੀ ਆ ਉਹ ਤੁਹਾਡੇ ਮੋਬਾਈਲ ਦਾ ਜਿਹੜਾ ਆ ਮਿਸਯੂਜ਼ ਕਰ ਸਕਦੀ ਆ। ਹੁਣ ਪਰ ਗੱਲ ਇੱਥੇ ਇਹ ਆ ਜਾਂਦੀ ਹੈ ਕਿ ਸਾਡੇ ਮੋਬਾਈਲ ਦੇ ਵਿੱਚ ਬਹੁਤ ਸਾਰੀਆਂ ਐਪਸ ਹੁੰਦੀਆਂ। ਹੁਣ ਉਹ ਇੱਕ ਇੱਕ ਨੂੰ ਕਿੱਦਾਂ ਅਸੀਂ ਮੈਨੇਜ ਕਰੀਏ ਇਹ ਮੁਸ਼ਕਿਲ ਹੋ ਜਾਂਦਾ। ਫਿਰ ਉਹਦੇ ਵਾਸਤੇ ਇੱਕ ਹੋਰ ਸੈਟਿੰਗ ਆ ਜੋ ਆਪਾਂ ਤੁਹਾਨੂੰ ਦੱਸਾਂਗੇ। ਹੁਣ ਫਿਰ ਆਪਾਂ ਉਸੇ ਤਰੀਕੇ ਨਾਲ ਸੈਟਿੰਗਸ ਤੇ ਕਲਿੱਕ ਕਰਾਂਗੇ ਐਂਡਰੋਇਡ ਫੋਨ ਦੇ ਵਿੱਚ। ਸੈਟਿੰਗਸ ਵਿੱਚ ਜਾ ਕੇ ਫਿਰ ਆਪਾਂ ਜਦੋਂ ਨੀਚੇ ਜਾਵਾਂਗੇ ਤੇ ਉੱਥੇ ਐਪਸ ਵਾਲੀ ਆਪਸ਼ਨ ਆਏਗੀ। ਉੱਥੇ ਐਪਸ ਤੇ ਕਲਿੱਕ ਕਰਾਂਗੇ। ਹੁਣ ਆ ਸਾਰੀਆਂ ਐਪਸ ਜੋ ਵੀ ਐਪ ਹੁਣ ਦੇਖੋ ਇੱਥੇ ਬਹੁਤ ਸਾਰੀਆਂ ਐਪਸ ਇੱਥੇ 186 ਜਿਹੜੀਆਂ ਐਪਸ ਮੇਰੇ ਮੋਬਾਈਲ ਦੇ ਵਿੱਚ ਇੰਸਟਾਲ ਹੈਗੀਆਂ ਤੇ ਉਹਨਾਂ 186 ਐਪਸ ਦੀਆਂ ਪਰਮਿਸ਼ਨ ਸੈੱਟ ਕਰਨੀਆਂ ਕਈ ਵਾਰੀ ਬਹੁਤ ਮੁਸ਼ਕਲ ਕੰਮ ਹੋ ਜਾਂਦਾ। ਫਿਰ ਉਸ ਜਗ੍ਹਾ ਤੇ ਆਪਾਂ ਇੱਥੇ ਜਦੋਂ ਉੱਪਰ ਆ ਦੇਖੋ ਇਸ ਜਗ੍ਹਾ ਤੇ ਉੱਪਰ ਜਾਵਾਂਗੇ ਤੇ 3 ਡਾਟ ਆ ਰਹੀਆਂ ਹੋਰ ਸੈਟਿੰਗਸ ਆ ਜਾਂਦੀਆਂ। ਆਪਾਂ ਇੱਥੇ 3 ਡਾਟਸ ਤੇ ਕਲਿੱਕ ਕਰਾਂਗੇ ਤੇ ਫਿਰ ਉਹਦੇ ਵਿੱਚ ਜਾ ਕੇ ਪਰਮਿਸ਼ਨ ਮੈਨੇਜਰ ਨਾਮ ਦੀ ਇੱਕ ਆਪਸ਼ਨ ਹੁੰਦੀ ਹੈ। ਠੀਕ ਆ ਪਹਿਲਾਂ ਸੈਟਿੰਗਸ ਤੇ ਜਾਵਾਂਗੇ। ਸੈਟਿੰਗਸ ਵਿੱਚ ਜਾ ਕੇ ਐਪਸ ਤੇ ਜਾਵਾਂਗੇ। ਫਿਰ ਐਪਸ ਦੇ ਵਿੱਚ ਜਾ ਕੇ 3 ਡਾਟ ਜਿਹੜੇ ਆ ਉਹਨਾਂ ਤੇ ਕਲਿੱਕ ਕਰਕੇ ਤੇ ਉਹਦੇ ਵਿੱਚ ਪਰਮਿਸ਼ਨ ਮੈਨੇਜਰ ਜਿਹੜੀ ਆਪਸ਼ਨ ਆ ਉੱਤੇ ਕਲਿੱਕ ਕਰਾਂਗੇ। ਹੁਣ ਉਹਦੇ ਵਿੱਚ ਜਾਵਾਂਗੇ ਤੇ ਉੱਥੇ ਸਾਡੀਆਂ ਜੋ ਕ੍ਰਿਟੀਕਲ ਆਪਸ਼ਨਸ ਹੈਗੀਆਂ ਜਿੱਦਾਂ ਬੋਡੀ ਸੈਂਸਰਸ, ਕੈਲੰਡਰ, ਕਾਲ ਲੌਗਸ, ਕੈਮਰਾ, ਕੰਟੈਕਟਸ, ਲੋਕੇਸ਼ਨ, ਮਾਈਕਰੋਫੋਨ, SMS, ਸਟੋਰੇਜ, ਜਿੱਦਾਂ ਕਿ ਮੈਂ ਤੁਹਾਨੂੰ ਪਹਿਲਾਂ ਦੱਸਿਆ ਸੀਗਾ ਵੀ ਆਪਾਂ ਡਿਸਕਸ ਕੀਤਾ ਕਿ ਇਹ ਸਾਰੇ ਸਾਡੇ ਕ੍ਰਿਟੀਕਲ ਪੁਆਇੰਟਸ ਆ ਸਾਡੇ ਮੋਬਾਈਲ ਦੇ ਵਿੱਚ ਜਿਨ੍ਹਾਂ ਦੇ ਥਰੂ ਸਾਨੂੰ ਹੈਕ ਕੀਤਾ ਜਾ ਸਕਦਾ। ਠੀਕ ਹੈ ਕੈਲੰਡਰ ਦੇ ਥਰੂ, ਕਾਲ ਲੌਗਸ ਦੇ, ਕੈਮਰੇ ਦੇ ਥਰੂ ਜਿਹਨੂੰ ਟਰੈਕ ਕੀਤਾ ਜਾ ਸਕਦਾ। ਹੁਣ ਇਹ ਟਰੈਕਿੰਗ ਨੂੰ ਅਸੀਂ ਜਿੱਦਾਂ ਹੁਣ ਮੈਂ ਆ ਸਾਰੀਆਂ ਆਪਸ਼ਨਸ ਹੈਗੀਆਂ ਜਿੱਦਾਂ ਹੁਣ ਮੈਂ SMS ਜਾਂ ਕੈਮਰਾ ਹੁਣ ਆਪਾਂ ਕੈਮਰੇ ਤੇ ਕਲਿੱਕ ਕੀਤਾ। ਹੁਣ ਇੱਥੇ ਕੈਮਰੇ ਤੇ ਕਲਿੱਕ ਕੀਤਾ ਤੇ ਇੱਥੇ ਜਿੰਨੀਆਂ ਵੀ ਐਪਸ ਜਿਨ੍ਹਾਂ ਨੂੰ ਹੁਣ ਆ ਦੇਖੋ ਆ ਸਾਰੀਆਂ ਐਪਸ ਆ ਜਿਨ੍ਹਾਂ ਦੇ ਵਿੱਚ ਕੈਮਰੇ ਦੀ ਪਰਮਿਸ਼ਨ ਜਿਹੜੀ ਆ ਅਲਾਉ ਕੀਤੀ ਗਈ ਆ। ਠੀਕ ਆ ਬਹੁਤ ਸਾਰੀਆਂ ਐਪ ਆ। ਹੁਣ ਇਹਨਾਂ ਦੇ ਵਿੱਚ ਜੇ ਸਾਨੂੰ ਕੋਈ ਲੱਗਦਾ ਕਿ ਜਿਹਦੇ ਵਿੱਚ ਕੈਮਰੇ ਦੀ ਹੁਣ ਜਦੋਂ ਆਪਾਂ ਇੰਸਟਾਗ੍ਰਾਮ ਤੇ ਕੋਈ ਫੋਟੋ ਅਪਲੋਡ ਕਰਨੀ ਆ ਤੇ ਸਾਨੂੰ ਉੱਥੇ ਕੈਮਰੇ ਦੀ ਲੋੜ ਹੈ। ਠੀਕ ਆ ਜਿੱਦਾਂ ਅਸੀਂ ਵੀਡੀਓ ਕਾਲ ਕਰਨੀ ਆ ਤੇ ਉੱਥੇ ਵੀ ਸਾਨੂੰ ਕੈਮਰੇ ਦੀ ਲੋੜ ਹੈ। ਇਸ ਲਈ ਇਹ ਸਾਰੀਆਂ ਐਪਸ ਵਿੱਚ ਅਸੀਂ ਅਲਾਉ ਕੀਤਾ ਗਿਆ।
पर जे हुण किते सानूं लगदा कि जिथे कैमरे की लोड़ नहीं है, इत्थों आपां सारियां जो क्रिटिकल ऑप्शनस हैगियां साडे मोबाइल दियां, उन्हां सारियां दी जिहड़ी परमिशनस आ ਉਹਨੂੰ ਐਡਜਸਟ खुद कर सकते हैं ਇੱਕੋ जगह ਤੇ। ठीक है, ਕਿਹਨੂੰ ਅਸੀਂ परमिशन देनी आ, किस ऐप ਨੂੰ ਅਸੀਂ परमिशन देनी आ, किस ऐप ਨੂੰ परमिशन नहीं देनी, ਇੱਥੋਂ ਜਾ ਕੇ ਉਹ ਸਾਰੀਆਂ ਦੀ ਸੈਟਿੰਗ ਜਿਹੜੀ ਆ ਉਹ ਚੇਂਜ ਕਰਕੇ ਰੱਖੀ ਜਾ ਸਕਦੀ ਆ। ਤੇ ਸਾਨੂੰ ਇਹ ਕੰਮ ਜਿਹੜਾ ਆ ਟਾਈਮ ਟੂ ਟਾਈਮ ਕਰਦੇ ਰਹਿਣਾ ਚਾਹੀਦਾ। ਜਦੋਂ ਅਸੀਂ ਕੋਈ ਵੀ ਐਪ ਇੰਸਟਾਲ ਕਰਦੇ ਆ ਉਦੋਂ ਵੀ ਪਰਮਿਸ਼ਨ ਦੀ ਸਾਡੇ ਕੋਲ ਮੰਗ ਕਰਦਾ, ਤੇ ਸਾਨੂੰ ਸੋਚ ਸਮਝ ਕੇ ਹੀ ਜੋ ਉਹ ਪਰਮਿਸ਼ਨ ਆ ਉਹ ਅਲਾਉ ਕਰਨੀ ਚਾਹੀਦੀ ਆ ਜਾਂ डिनाई कर देना चाहिए। पर मान लो जे आप किसी ਨੂੰ ਅਲਾਉ ਕਰ ਚੁੱਕੀ ਐਪ ਦੇ ਵਿੱਚ ਸਾਨੂੰ ਕਿਸੇ ਜਗ੍ਹਾ ਤੇ ਉਸ ਦੀ ਪਰਮਿਸ਼ਨ ਦੀ ਲੋੜ ਹੁੰਦੀ ਹੈ ਤਾਂ ਆਪਾਂ ਨੂੰ ਅਲਾਉ ਕਰ ਸਕਦੇ ਹਾਂ, ਪਰ ਅਲਾਉ ਕਰਨ ਤੋਂ ਬਾਅਦ ਵਿੱਚ ਉਹਨੂੰ ਫਿਰ ਆਪਾਂ ਨੂੰ ਡਿਨਾਈ ਕਰਦੇ ਹਾਂ। ਇਹ ਦੇਖੋ ਸਾਰ ਤੋਂ ਇੱਕ ਬੇਸਿਕ ਸੈਟਿੰਗ ਆ ਜੋ ਸਾਨੂੰ ਆਪਣੇ ਫੋਨ ਦੇ ਵਿੱਚ ਸਾਰ ਤੋਂ ਪਹਿਲਾਂ करनी चाहिए कि जिन्नियां भी ऐप असी अपने मोबाइल में इंस्टॉल कीतियां उन्हां दियां परमिशन सैट कीतियां जान, क्योंकि इन्हां ऐप्स के जरिए ही तुहानूं सारा ट्रैक किया जा सकदा, तुहानूं हैक किया जा सकदा। कि कोई मलेशियस ऐप जो हैकिंग वाली ऐप तुसी नैट तो डाउनलोड कर ली, उन्हें तुहाडे कोल अलग अलग तरह दी परमिशन जड़ियां वो मंग लईआं ते तुसी अलाउ कर दिता, ते फिर बाद विच उस ऐप ने ਤੁਹਾਡਾ ਜਿਹੜਾ ਕ੍ਰਿਟੀਕਲ ਡਾਟਾ ਸੀਗਾ ਉਹਨੂੰ ਹੈਕ ਕਰਕੇ ਉੱਪਰ ਸਰਵਰ ਤੇ ਭੇਜਣਾ ਸ਼ੁਰੂ ਕਰ ਦਿੱਤਾ ਤੁਹਾਡੀ ਪਰਮਿਸ਼ਨ ਤੋਂ ਬਿਨਾ, ਕਿਉਂਕਿ ਤੁਸੀਂ ਪਰਮਿਸ਼ਨ ਤੇ ਪਹਿਲੇ ਦੇ ਚੁੱਕੇ ਹੋਏ ਹੋ। ਠੀਕ ਆ, ਫਿਰ ਉਹ ਤੁਹਾਡੇ ਫੋਨ ਦਾ ਮਾਈਕ੍ਰੋਫੋਨ ਯੂਜ਼ ਕਰੇ, ਉਹ ਤੁਹਾਡਾ ਕੈਮਰਾ ਯੂਜ਼ ਕਰੇ, ਕਿਉਂਕਿ ਉਹਨੇ ਪਰਮਿਸ਼ਨ ਲੈ ਚੁੱਕਾ ਹੋਇਆ ਤੇ ਉਹ ਜਦੋਂ ਮਰਜ਼ੀ ਉਹਨਾਂ ਦਾ ਯੂਜ਼ ਕਰ ਸਕਦਾ। ਤੇ ਇਸ ਲਈ ਸੋਚ ਸਮਝ ਕੇ ਹੀ ਇਹ ਕੰਮ ਕੀਤਾ ਜਾਵੇ। ਸਿੰਪਟਮਸ ਗੱਲ ਆ ਜਾਂਦੀ ਆ ਕਿ ਅਸੀਂ ਹੈਕ ਹੋ ਰਹੇ ਆ, ਇਹ ਸਾਨੂੰ ਕਿੱਦਾਂ ਪਤਾ ਚੱਲੇਗਾ ਕਿ ਜਾਂ ਸਾਨੂੰ ਕੋਈ ਟਰੈਕ ਕਰ ਰਿਹਾ, ਉਹ ਸਾਨੂੰ ਕਿੱਦਾਂ ਪਤਾ ਚੱਲੇਗਾ। ਹੁਣ ਉਹਦੇ ਕੁਝ ਸਿੰਪਟਮਸ ਹੁੰਦੇ ਆ। WhatsApp ਯੂਜ਼ ਕਰਦੇ ਆ, WhatsApp ਦੇ ਵਿੱਚ ਜਦੋਂ ਅਸੀਂ ਆਪਣਾ ਅਕਾਊਂਟ ਬਣਾਉਣ ਲੱਗਦੇ ਆ ਤੇ ਉਹ ਸਾਡਾ ਫੋਨ ਵੈਰੀਫਾਈ ਕਰਨ ਵਾਸਤੇ ਸਾਡਾ ਅਸੀਂ ਫੋਨ ਨੰਬਰ ਭਰਦੇ ਆ ਤੇ ਫਿਰ ਬਾਅਦ ਉਸ ਤੋਂ ਬਾਅਦ OTP ਆਉਂਦਾ ਤੇ ਉਹ OTP ਆਟੋਮੈਟਿਕਲੀ ਹੀ ਉਹਦੇ ਵਿੱਚ ਭਰਿਆ ਜਾਂਦਾ। ਅਸੀਂ ਤੇ ਮਤਲਬ ਉਹ ਮੇਰੇ ਮੋਬਾਈਲ ਦੇ ਉੱਪਰ SMS ਆਇਆ ਬਟ ਉਹਦਾ WhatsApp ਨਾਲ ਕੋਈ ਲਿੰਕ ਨਹੀਂ ਹੈ, ਕਿਉਂਕਿ ਜਦੋਂ ਅਸੀਂ WhatsApp ਇੰਸਟਾਲ ਕੀਤੀ ਸੀਗੀ ਤੇ ਉਹਦੇ ਵਿੱਚ ਇੱਕ ਪਰਮਿਸ਼ਨ ਉਹਨੇ ਮੰਗੀ ਮੈਸੇਜ ਰੀਡ ਕਰਨ ਦੀ ਤੇ ਉਹ ਆਪਾਂ ਅਲਾਉ ਕਰ ਦਿੱਤੀ, ਤੇ ਉਹ ਜਦੋਂ ਅਸੀਂ ਉਸ ਐਪ ਨੂੰ ਯੂਜ਼ ਕੀਤਾ ਤੇ ਉਹ ਆਟੋਮੈਟਿਕਲੀ ਜਿਹੜਾ OTP ਉੱਥੇ ਫੀਡ ਹੋ ਗਿਆ। ਇਹ ਸਿਰਫ ਮੈਂ WhatsApp ਦੀ ਗੱਲ ਨਹੀਂ ਕਰ ਰਿਹਾ, ਬਹੁਤ ਸਾਰੀਆਂ ਐਪਸ ਜਦੋਂ ਆਪਾਂ ਮਤਲਬ ਯੂਜ਼ ਕਰਦੇ ਹਾਂ ਤਾਂ ਉਹ ਆਟੋਮੈਟਿਕਲੀ ਜਿਹੜਾ ਹੈਗਾ ਸਾਡਾ ਜਿਹੜਾ OTP ਆਇਆ ਹੁੰਦਾ ਉਹਨੂੰ ਉੱਥੇ ਫੀਡ ਕਰ ਦਿੰਦਾ। ਇਹ ਇੱਕ ਟਰੈਕਿੰਗ ਦਾ ਹੀ ਇੱਕ ਸਿਸਟਮ ਹੈ ਤੇ ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਆ ਕਿ ਇਹਨੂੰ ਆਟੋ ਫਿਲ ਦੀ ਆਪਸ਼ਨ ਨੂੰ ਜਿਹੜਾ ਹੈ ਉਹ ਡਿਸੇਬਲ ਰੱਖਣਾ ਚਾਹੀਦਾ। ਦੂਸਰਾ ਕੀ ਆ ਕਿ ਜਦੋਂ ਆਪਾਂ ਕੋਈ ਵੈਬਸਾਈਟ ਸਰਫ ਕਰਦੇ ਹਾਂ, ਜਿੱਦਾਂ ਕੋਈ ਜਿਹਦੇ ਵਿੱਚ ਅਸੀਂ ਆਪਣਾ ID ਐਂਡ ਪਾਸਵਰਡ ਫਿਲ ਕਰਨਾ ਹੁੰਦਾ, ਤੇ ਨੋਰਮਲੀ ਸਾਡੀ ਕੀ ਆਦਤ ਹੁੰਦੀ ਹੈ ਕਿ ਅਸੀਂ ਜਦੋਂ ਬਰਾਊਜ਼ਰ ਨੂੰ ਖੋਲ੍ਹਦੇ ਹਾਂ ਤੇ ਬਰਾਊਜ਼ਰ ਨੂੰ ਖੋਲ੍ਹ ਕੇ ਉਹਦੇ ਵਿੱਚ ਅਸੀਂ ਆਪਣਾ ID ਤੇ ਪਾਸਵਰਡ ਭਰ ਕੇ ਉਹਨੂੰ ਲੌਗਇਨ ਕਰ ਦਿੰਦੇ ਹਾਂ। ਵੀ ਜਦੋਂ ਅਸੀਂ ਕੋਈ ਵੈਬਸਾਈਟ ਦੇ ਵਿੱਚ ਲੌਗਇਨ ਕਰਦੇ ਹਾਂ ਤੇ ਉਹਦੇ ਵਿੱਚ ਆਟੋ ਸੇਵਡ ਪਾਸਵਰਡ ਦੀ ਆਪਸ਼ਨ ਆਉਂਦੀ ਆ, ਤੇ ਜਦੋਂ ਅਸੀਂ ਉਹ ਇੱਕ ਵਾਰੀ ਟਿਕ ਕਰ ਦਿੰਦੇ ਹਾਂ ਤੇ ਉਹ ਪਾਸਵਰਡ ਨੈਕਸਟ ਟਾਈਮ ਆਪਣੇ ਆਪ ਹੀ ਭਰਿਆ ਜਾਂਦਾ ਕਿ ਮੈਂ ਉੱਥੇ ਆਪਣੀ ID ਭਰੀ ਤੇ ਪਾਸਵਰਡ ਵਿੱਚ ਨਾਲ ਆਪਣੇ ਆਪ ਹੀ ਆ ਗਿਆ, ਪਰ ਮੈਂ ਤਾਂ ਨਹੀਂ ਭਰਿਆ। ਪਰ ਇਹ ਵੀ ਇੱਕ ਜਿਹੜਾ ਹੈ ਉਹ ਟਰੈਕਿੰਗ ਦਾ ਹੀ ਸਿਸਟਮ ਹੈ ਤੇ ਸਾਨੂੰ ਇਸ ਨੂੰ ਅਲਾਉ ਨਹੀਂ ਕਰਨਾ ਚਾਹੀਦਾ। ਪਾਸਵਰਡ ਰਿਮਾਈਂਡ ਜਿਹੜੇ ਆ ਉਹ ਨਹੀਂ ਰੱਖਣੇ ਚਾਹੀਦੇ। ਇਸ ਤਰੀਕੇ ਨਾਲ ਵੀ ਤੁਹਾਨੂੰ ਟਰੈਕ ਕੀਤਾ ਜਾ ਸਕਦਾ, ਤੁਹਾਡਾ ਉਹ ਅਕਾਊਂਟ ਜਿਹੜਾ ਆ ਉਹਦਾ ਮਿਸਯੂਜ਼ ਹੋ ਸਕਦਾ। ਇੱਕ ਹੋਰ ਗੱਲ ਕਿ ਕਈ ਵਾਰ ਅਸੀਂ ਆਪਣੇ ਮੋਬਾਈਲ ਦੇ ਵਿੱਚ ਦੇਖਦੇ ਹਾਂ ਕਿ ਉਹਦੇ ਵਿੱਚ ਬਲੂਟੁੱਥ ਜਾਂ ਵਾਈਫਾਈ ਜਾਂ ਲੋਕੇਸ਼ਨ ਦੀਆਂ ਆਪਸ਼ਨ ਜਿਹੜੀਆਂ ਉਹ ਆਟੋਮੈਟਿਕਲੀ ਔਨ ਹੋ ਜਾਂਦੀਆਂ ਕਿ ਮੈਂ ਮੰਨ ਲਓ ਬਲੂਟੁੱਥ ਜਿਹੜਾ ਸੀਗਾ ਉਹਨੂੰ ਆਫ ਕਰ ਦਿੱਤਾ, ਜਾਂ ਮੈਂ ਆਪਣਾ ਵਾਈਫਾਈ ਜਿਹੜਾ ਸੀਗਾ ਉਹ ਆਫ ਕਰ ਦਿੱਤਾ, ਜਾਂ ਮੈਂ ਆਪਣੀ ਲੋਕੇਸ਼ਨ ਜਿਹੜੀ ਸੀ ਉਹਨੂੰ ਆਫ ਕਰ ਦਿੱਤਾ। ਪਰ ਆਫਟਰ ਮਾਰਨਿੰਗ ਜਦੋਂ ਮੈਂ ਅਗਲੇ ਦਿਨ ਉੱਠਿਆ ਤੇ ਮੈਂ ਦੇਖਿਆ ਬਲੂਟੁੱਥ ਔਨ ਆ ਜਾਂ ਮੇਰਾ ਵਾਈਫਾਈ ਫਿਰ ਆਪਣੇ ਆਪ ਹੀ ਔਨ ਹੋ ਚੁੱਕਾ ਹੋਇਆ। ਇਹ ਵੀ ਕੀ ਆ, ਤੁਹਾਡੇ ਫੋਨ ਦੀ ਟਰੈਕਿੰਗ ਹੋ ਰਹੀ ਆ ਤੇ ਇਹ ਐਪਸ ਜਿਹੜੀਆਂ ਉਹ ਆਟੋਮੈਟਿਕਲੀ ਤੁਹਾਡੇ ਫੋਨ ਦੀਆਂ ਸੈਟਿੰਗਸ ਨੂੰ ਔਨ ਜਾਂ ਆਫ ਕਰ ਦਿੰਦੀਆਂ। ਇਹ ਸਾਰੇ ਸਿੰਪਟਮਸ ਆ ਜਿਨ੍ਹਾਂ ਤੋਂ ਆਪਾਂ ਪਤਾ ਕਰ ਸਕਦੇ ਆ ਕਿ ਇਹ ਸਾਨੂੰ ਕੋਈ ਟਰੈਕ ਕਰ ਰਿਹਾ ਕਿ ਨਹੀਂ ਕਰ ਰਿਹਾ। ਜੇ ਇਦਾਂ ਦੇ ਸਿੰਪਟਮਸ ਤੁਹਾਨੂੰ ਮਿਲਦੇ ਆ ਤੇ ਸਾਨੂੰ ਜੋ ਮੈਂ ਤੁਹਾਨੂੰ ਪਿਛਲੀਆਂ ਸੈਟਿੰਗ ਦੱਸੀਆਂ ਉਹਨਾਂ ਸੈਟਿੰਗਸ ਨੂੰ ਜਿਹੜਾ ਅਪਲਾਈ ਕਰਨਾ ਚਾਹੀਦਾ ਤਾਂ ਕਿ ਆਪਾਂ ਸਿਕਿਉਰ ਰਹਿ ਸਕੀਏ। ਤੇ ਹੁਣ ਕਿਸ ਤਰੀਕੇ ਨਾਲ ਪਤਾ ਕੀਤਾ ਜਾਵੇ ਕਿ ਕੋਈ ਐਪ ਜੈਨੂਨ ਹੈ ਕਿ ਨਹੀਂ ਹੈ। ਹੁਣ ਆਪਾਂ ਇੱਥੇ ਇੱਕ ਕਲਿੱਕ ਕੀਤਾ, ਇੱਥੇ ਪਲੇ ਸਟੋਰ। ਹੁਣ ਸਭ ਤੋਂ ਪਹਿਲਾਂ ਸਾਨੂੰ ਜੋ ਐਪਸ ਜਦੋਂ ਅਸੀਂ ਇੰਸਟਾਲ ਕਰ ਰਹੇ ਹਾਂ ਤੇ ਇੰਸਟਾਲੇਸ਼ਨ ਦੇ ਵੇਲੇ ਥੋੜ੍ਹਾ ਧਿਆਨ ਰੱਖਣਾ ਚਾਹੀਦਾ ਕਿ ਆਪਾਂ ਕੋਈ
ਜੈਨੂਨ ਐਪ ਹੀ ਜਿਹੜੀ ਆ ਉਹ ਇੰਸਟਾਲ ਕਰੀਏ, ਕੋਈ ਫੇਕ ਐਪ ਨਾ ਇੰਸਟਾਲ ਕਰ ਲਈਏ। ਇਸ ਲਈ ਜਦੋਂ ਆਪਾਂ ਕੋਈ ਐਪ ਸਰਚ ਕਰਦੇ ਆ, ਜਿੱਦਾਂ ਕਿ ਮੈਂ ਇੱਥੇ ਸਕੈਨਰ ਐਪ ਜਿਹੜੀ ਆ ਉਹ ਮੈਂ ਸਰਚ ਕੀਤੀ। ਹੁਣ ਆਪਾਂ ਇੱਥੇ ਕਲਿੱਕ ਕੀਤਾ ਤੇ ਆ ਦੇਖੋ ਸਕੈਨਰ ਐਪ ਟੂ PDF, ਹੁਣ ਇਹਦੇ ਨਾਲ ਲਿਖਿਆ ਐਡ, ਤੇ ਇੱਥੇ QR ਐਡ, ਇਹ ਸਾਰੀਆਂ ਹੁਣ QR ਐਂਡ ਬਾਰਕੋਡ ਸਕੈਨਰ, ਹੁਣ ਇਹ ਗਾਮਾ ਪਲੇ। ਹੁਣ ਜ਼ਿਆਦਾਤਰ ਐਪਸ ਜਿਹੜੀਆਂ ਆ ਉਹਨਾਂ ਦੇ ਵਿੱਚ ਨਾਲ ਜਿਹੜਾ ਆ ਉਹ ਐਡਸ ਜਿਹੜੀਆਂ ਉਹ ਆਉਂਦੀਆਂ। ਹੁਣ ਜਿੱਦਾਂ ਇਹ ਐਪ ਐਡ, ਹੁਣ ਆਪਾਂ ਤੇ ਕਲਿੱਕ ਕੀਤਾ ਤੇ ਹੁਣ ਜਦੋਂ ਆਪਾਂ ਇਹਨੂੰ ਇੰਸਟਾਲ ਕਰਾਂਗੇ ਤੇ ਇਹਨੇ ਮੇਰੇ ਮੋਬਾਈਲ ਦੇ ਵਿੱਚ ਕੁਝ ਐਡਸ ਜਿਹੜੀਆਂ ਆ ਉਹ ਸ਼ੋਅ ਕਰਨੀਆਂ ਸ਼ੁਰੂ ਕਰ ਦੇਣੀਆਂ। ਤੇ ਬੇਸਿਕਲੀ ਜਿਹੜੀਆਂ ਐਡਸ ਹੁੰਦੀਆਂ ਇਹ ਸਾਨੂੰ ਕਿਤੇ ਨਾ ਕਿਤੇ ਟਰੈਕ ਕਰ ਰਹੀਆਂ ਹੁੰਦੀਆਂ। ਤੇ ਕੋਸ਼ਿਸ਼ ਕਰਿਆ ਕਰੋ ਕਿ ਜਿਹੜੀਆਂ ਐਪਸ ਅਸੀਂ ਇੰਸਟਾਲ ਕਰ ਰਹੇ ਹਾਂ ਉਹਨਾਂ ਵਿੱਚ ਐਡਸ ਨਹੀਂ ਹੋਣੀਆਂ ਚਾਹੀਦੀਆਂ, ਕਿਉਂਕਿ ਐਡ ਜਿਹੜੀਆਂ ਉਹ ਕਿਤੇ ਨਾ ਕਿਤੇ ਤੁਹਾਨੂੰ ਟਰੈਕ ਜਿਹੜੀਆਂ ਉਹ ਕਰ ਰਹੀਆਂ ਹੁੰਦੀਆਂ। ਤੇ ਹੁਣ ਇੱਕ ਹੋਰ ਗੱਲ ਕਿ ਜਦੋਂ ਹੁਣ ਸਾਨੂੰ ਮਤਲਬ ਜ਼ਰੂਰੀ ਨਹੀਂ ਹੈ ਕਿ ਸਾਰੀਆਂ ਹੀ ਐਪ ਜਿਹੜੀਆਂ ਐਡਸ ਵਾਲੀਆਂ ਹੈਗੀਆਂ ਉਹ ਗਲਤ ਹੀ ਹੋਣ, ਪਰ ਆਪਾਂ ਨੂੰ ਜਦੋਂ ਕਲਿੱਕ ਕਰਦੇ ਆ ਤੇ ਨੀਚੇ ਉਹਨਾਂ ਦੇ ਰਿਵਿਊਜ਼ ਵੀ ਮਿਲਦੇ ਆ। ਹੁਣ ਆਪਾਂ ਇੱਥੇ ਦੇਖਦੇ ਆ 5 ਰਿਵਿਊਜ਼, ਦੈਨ ਇਹਦੇ ਵਿੱਚ ਆਪਾਂ ਰਿਵਿਊਜ਼ ਨੂੰ ਪੜ੍ਹ ਸਕਦੇ ਆ ਤੇ ਰਿਵਿਊਜ਼ ਤੋਂ ਕਈ ਵਾਰ ਸਾਨੂੰ ਸਹੀ ਇਨਫੋਰਮੇਸ਼ਨ ਮਿਲ ਜਾਂਦੀ ਆ। ਇਹ ਸਾਡਾ ਵੀ ਫਰਜ਼ ਬਣਦਾ ਜਦੋਂ ਕਿਸੇ ਐਪ ਨੂੰ ਯੂਜ਼ ਕਰਦੇ ਆ ਤੇ ਉਸ ਐਪ ਦੇ ਜਿਹੜੇ ਆ ਰਿਵਿਊਜ਼ ਸਾਨੂੰ ਦੇਣੇ ਚਾਹੀਦੇ। ਜੇ ਮੰਨ ਲਓ ਕਿ ਐਪ ਅਸੀਂ ਇੰਸਟਾਲ ਕੀਤੀ ਆ ਜੋ ਸਹੀ ਤਰੀਕੇ ਨਾਲ ਕੰਮ ਨਹੀਂ ਕਰ ਰਹੀ ਤੇ ਸਾਨੂੰ ਵੀ ਉਹਨਾਂ ਦੇ ਰਿਵਿਊ ਦੇਣੇ ਚਾਹੀਦੇ ਤਾਂ ਕਿ ਕੋਈ ਪਰਸਨ ਉਹਨੂੰ ਚੈੱਕ ਕਰ ਸਕੇ। ਤੇ SBI ਬੈਂਕਿੰਗ ਆਪਾਂ ਇੱਥੇ ਕਲਿੱਕ ਕਰਕੇ ਸਰਚ ਕੀਤਾ। ਹੁਣ ਸਰਚ ਕੀਤਾ ਇੱਥੇ ਦੇਖੋ ਯੋਨੋ, ਗੂਗਲ ਪੇ, ਯੋਨੋ SBI ਇਜ਼ਰਾਈਲ, SBI ਕਾਰਡ, ਹੁਣ ਇਹ ਬਹੁਤ ਸਾਰੀਆਂ ਐਪਸ ਜਿਹੜੀਆਂ ਆ ਉਹ ਇੱਥੇ ਆ ਗਈਆਂ। ਕੁਇਕ ਫਾਈਂਡਰ, SBI ਐਨੀਵੇਅਰ, ਇਹ ਸੇਮ SBI ਸਮਾਧਾਨ, SBI, ਬਹੁਤ ਸਾਰੀਆਂ ਐਪਸ ਹੈਗੀਆਂ ਜਿਹੜੀਆਂ ਇੱਥੇ ਸ਼ੋਅ ਕਰਦੇ ਜਦੋਂ ਮੈਂ SBI ਬੈਂਕ ਦੀ ਐਪ ਨੂੰ ਸਰਚ ਕੀਤਾ। ਹੁਣ ਇੱਕ ਆਮ ਯੂਜ਼ਰ ਜਿਹੜਾ ਆ ਉਹਨੂੰ ਨਹੀਂ ਪਤਾ ਹੁੰਦਾ ਕਿ ਕਿਹੜੀ ਐਪ ਸਹੀ ਆ। ਹੁਣ ਆ ਇੱਥੇ ਆਈਕਨ ਦੇਖਿਆ ਜਾਵੇ ਤਾਂ ਇੱਕ ਆਈਕਨ ਤੋਂ ਦੇਖ ਕੇ ਲੱਗਦਾ ਕਿ ਇਹੀ SBI ਦੀ ਜਿਹੜੀ ਆ ਉਹ ਸਹੀ ਐਪ ਹੋਏਗੀ। ਤੇ ਆਪਾਂ ਇਹਨਾਂ ਨੂੰ ਕਈ ਵਾਰੀ ਇੰਸਟਾਲ ਕਰ ਲੈਂਦੇ ਆ ਤੇ ਇਹਦੇ ਵਿੱਚ ਆਪਣੇ ਕ੍ਰੈਡੈਂਸ਼ੀਅਲ ਭਰ ਦਿੰਦੇ ਆ ਤੇ ਬਾਅਦ ਨੂੰ ਯੂਜ਼ ਕਰਨ ਲੱਗ ਪੈਂਦੇ ਆ, ਪਰ ਇਹ ਸਹੀ ਪ੍ਰੈਕਟਿਸ ਨਹੀਂ ਆ। ਜਦੋਂ ਵੀ ਅਸੀਂ ਕੋਈ ਬੈਂਕਿੰਗ ਨਾਲ ਰਿਲੇਟਡ ਜਿਹੜੀ ਐਪ ਆ ਉਹ ਇੰਸਟਾਲ ਕਰਨਾ ਚਾਹੁੰਦੇ ਆ ਤੇ ਸਾਨੂੰ ਕੋਸ਼ਿਸ਼ ਇਹ ਕਰਨੀ ਚਾਹੀਦੀ ਆ ਕਿ ਉਸ ਬੈਂਕ ਦੀ ਵੈਬਸਾਈਟ ਤੋਂ ਜਾ ਕੇ ਉਸ ਦੀ ਐਪ ਜਿਹੜੀ ਆ ਉਹਨੂੰ ਪਹਿਲਾਂ ਸਰਚ ਕੀਤਾ ਜਾਵੇ, ਕਿਉਂਕਿ ਜਦੋਂ ਅਸੀਂ ਪਲੇ ਸਟੋਰ ਤੋਂ ਸਰਚ ਕਰਦੇ ਆ ਉੱਥੇ ਬਹੁਤ ਸਾਰੀਆਂ ਜਿਹੜੀਆਂ ਅਲੱਗ-ਅਲੱਗ ਐਪਸ ਵੀ ਆ ਜਾਂਦੀਆਂ। ਜਿੱਦਾਂ ਕਿ ਇੱਕ ਇਹਦੇ ਵਿੱਚ ਕਈ ਐਪਸ ਹੈਗੇ ਜਿਹਦੇ ਵਿੱਚ ਆਲ ਬੈਂਕ ਅਕਾਊਂਟ ਬੈਲੈਂਸਿਸ ਜਿਹੜੀ ਹੈ ਇੱਦਾਂ ਦੀ ਇੱਕ ਐਪ ਆ ਜਾਂਦੀ ਆ ਤੇ ਇੱਕੋ ਐਪ ਜਿਹੜੀ ਆ ਅਲੱਗ-ਅਲੱਗ ਬੈਂਕਾਂ ਦੇ ਜਿਹੜੇ ਆ ਉਹ ਬੈਲੈਂਸਿਸ ਜਿਹੜਾ ਚੈੱਕ ਕਰਕੇ ਸਾਨੂੰ ਦੇ ਸਕਦੀ ਹੈ। ਇੱਦਾਂ ਦੀਆਂ ਐਪਸ ਤੋਂ ਸਾਨੂੰ ਬਚਣਾ ਚਾਹੀਦਾ। ਤੇ ਜਦੋਂ ਵੀ ਕੋਈ ਬੈਂਕਿੰਗ ਨਾਲ ਰਿਲੇਟਡ, ਖਾਸ ਕਰਕੇ ਮੈਂ ਫਿਰ ਦੁਬਾਰਾ ਕਹਿ ਰਿਹਾ ਕਿ ਜਦੋਂ ਕੋਈ ਅਸੀਂ ਬੈਂਕਿੰਗ ਨਾਲ ਰਿਲੇਟਡ ਜਿਹੜੀ ਆ ਐਪ ਉਹਨੂੰ ਡਾਊਨਲੋਡ ਕਰਕੇ ਇੰਸਟਾਲ ਕਰਨਾ ਚਾਹੁੰਦੇ ਆ ਤੇ ਸਾਨੂੰ ਉਸ ਬੈਂਕ ਦੀ ਅਫੀਸ਼ੀਅਲ ਸਾਈਟ ਤੇ ਜਾਣਾ ਚਾਹੀਦਾ ਤੇ ਉਸ ਅਫੀਸ਼ੀਅਲ ਸਾਈਟ ਤੋਂ ਹੀ ਉਸ ਐਪ ਦਾ ਜਿਹੜਾ ਲਿੰਕ ਆ ਉਹ ਸਰਚ ਕਰਕੇ ਜਿਹੜਾ ਆ ਉਹਨੂੰ ਡਾਊਨਲੋਡ ਕਰਨਾ ਚਾਹੀਦਾ, ਕਿਉਂਕਿ ਸਾਨੂੰ ਕਈ ਵਾਰੀ ਨਹੀਂ ਪਤਾ ਚੱਲਦਾ, ਕਿਉਂਕਿ ਇੱਥੇ ਬਹੁਤ ਸਾਰੀਆਂ ਆਪਸ਼ਨ ਆ ਜਾਂਦੀਆਂ ਤੇ ਕਿਹੜੀ ਸਹੀ ਆ ਕਿਹੜੀ ਗਲਤ ਆ ਉਹ ਸਾਨੂੰ ਕਈ ਵਾਰੀ ਨਹੀਂ ਪਤਾ ਚੱਲਦਾ। ਇਸ ਲਈ ਜਿਹੜੇ ਕਰੈਕਟ ਆਪਸ਼ਨ ਆ ਉਹ ਹੀ ਯੂਜ਼ ਕਰਨੀਆਂ ਚਾਹੀਦੀਆਂ। ਕਈ ਐਪਸ ਜਿਹੜੀਆਂ ਆਪਾਂ ਕਈ ਵਾਰੀ ਯੂਜ਼ ਵੀ ਨਹੀਂ ਕਰ ਰਹੇ ਹੁੰਦੇ ਪਰ ਸਾਡੇ ਮੋਬਾਈਲ ਵਿੱਚ ਪਈਆਂ ਹੋਈਆਂ ਕਿ ਐਵੇਂ ਅਸੀਂ ਇੰਸਟਾਲ ਕੀਤੀਆਂ ਜਾਂ ਡਾਊਨਲੋਡ ਕੀਤੀਆਂ ਹੋਈਆਂ, ਕਾਫੀ ਸਮੇਂ ਤੋਂ ਸਾਡੇ ਮੋਬਾਈਲ ਦੇ ਵਿੱਚ ਪਈਆਂ ਹੋਈਆਂ ਪਰ ਯੂਜ਼ ਨਹੀਂ ਹੋ ਰਹੀਆਂ। ਸਾਨੂੰ ਇੱਦਾਂ ਦੀਆਂ ਐਪਸ ਨੂੰ ਜਿਹੜਾ ਆ ਉਹਨਾਂ ਨੂੰ ਅਨਇੰਸਟਾਲ ਕਰ ਦੇਣਾ ਚਾਹੀਦਾ। ਇੱਕ ਤੇ ਉਹ ਸਾਡੇ ਮੋਬਾਈਲ ਦੀ ਮੈਮਰੀ ਨੂੰ ਕੰਜ਼ਿਊਮ ਕਰ ਰਹੀਆਂ ਜਿਨ੍ਹਾਂ ਦੇ ਨਾਲ ਮੋਬਾਈਲ ਜਿਹੜਾ ਸਲੋ ਹੋ ਜਾਂਦਾ, ਤੇ ਦੂਸਰਾ ਉਹ ਕਿਤੇ ਨਾ ਕਿਤੇ ਕਈ ਵਾਰੀ ਮਲੇਸ਼ੀਅਸ ਐਪਸ ਹੋ ਸਕਦੀਆਂ ਜੋ ਸਾਡਾ ਟਰੈਕਿੰਗ ਦਾ ਵੀ ਕੰਮ ਕਰ ਰਹੀਆਂ ਹੋ ਸਕਦੀਆਂ। ਇਸ ਲਈ ਸਾਨੂੰ ਉਹਨਾਂ ਨੂੰ ਜਿਹੜਾ ਆ ਉਹ ਅਨਇੰਸਟਾਲ ਕਰ ਦੇਣਾ ਚਾਹੀਦਾ। ਹੁਣ ਉਹਦੇ ਵਾਸਤੇ ਕੀ ਆਪਾਂ ਪਤਾ ਕਰਨਾ ਹੋਵੇ ਵੀ ਕਿਹੜੀ ਐਪ ਆ ਜਿਹੜੀ ਆਪਾਂ ਕਾਫੀ ਟਾਈਮ ਤੋਂ ਯੂਜ਼ ਨਹੀਂ ਕਰ ਰਹੇ, ਤੇ ਉਹਦੇ ਵਾਸਤੇ ਅਸੀਂ ਜਿੱਦਾਂ ਹੁਣ ਇੱਥੇ ਪਲੇ ਸਟੋਰ ਤੇ ਜਾ ਸਕਦੇ ਹਾਂ। ਪਲੇ ਸਟੋਰ ਤੇ ਜਾ ਕੇ ਅਸੀਂ ਇੱਥੇ ਕਲਿੱਕ ਕਰਾਂਗੇ ਮਾਈ ਐਪਸ ਐਂਡ ਗੇਮਸ ਤੇ ਕਲਿੱਕ ਕਰਾਂਗੇ, ਇੰਸਟਾਲਡ ਤੇ ਜਾ ਸਕਦੇ ਹਾਂ। ਹੁਣ ਆ ਸਾਰੀਆਂ ਇੰਸਟਾਲਡ ਹੈ, ਆ ਹੁਣ ਸਾਰੀਆਂ ਇੰਸਟਾਲਡ ਤੇ ਆਪਾਂ ਕਲਿੱਕ ਕੀਤਾ ਤੇ ਹੁਣ ਆ ਸਾਰੀਆਂ ਐਪ ਜਿਹੜੀਆਂ ਮੇਰੇ ਮੋਬਾਈਲ ਵਿੱਚ ਇੰਸਟਾਲਡ ਆ ਉਹ ਸਾਰੀਆਂ ਇੱਥੇ ਦੇਖੀਆਂ ਜਾ ਸਕਦੀਆਂ। ਤੇ ਇੱਥੇ ਸਾਡੇ ਕੋਲ ਇੱਕ ਦੇਖੋ ਆਪਸ਼ਨ ਹੈਗੀ ਹੈ ਅਲਫਾਬੈਟੀਕਲ, ਵੀ ਇੱਥੇ ਅਲਫਾਬੈਟਿਕਲੀ ਜਿਹੜੀਆਂ ਇਹ ਸਾਰੀਆਂ ਐਪਸ ਡਿਸਪਲੇ ਹੋ ਰਹੀਆਂ। ਅਸੀਂ ਇੱਥੇ ਕਲਿੱਕ ਕਰਾਂਗੇ ਤੇ ਇਹਦੇ ਵਿੱਚ ਜਾ ਕੇ ਲਾਸਟ ਯੂਜ਼ਡ ਜਾਂ ਲਾਸਟ ਅਪਡੇਟਡ, ਹੁਣ ਮੈਂ ਇੱਥੇ ਲਾਸਟ ਅਪਡੇਟਡ ਤੇ ਲਾਸਟ ਯੂਜ਼ਡ ਜਿਹੜਾ ਆ ਉਹਦੇ ਉੱਪਰ ਕਲਿੱਕ ਕਰ ਦਿੱਤਾ। ਹੁਣ ਇਹਦੇ ਵਿੱਚ ਜੇ ਆਪਾਂ ਦੇਖਾਂਗੇ, ਹੁਣ ਆ ਦੇਖੋ ਆ ਕੁਝ ਐਪਸ ਜਿਹੜੀਆਂ ਮੈਂ ਹੁਣੇ ਯੂਜ਼ ਕੀਤੀਆਂ ਉਹ ਇਸ ਟਾਈਮ ਸਭ ਤੋਂ ਉੱਪਰ ਆ ਰਹੀਆਂ, ਤੇ ਜੇ ਹੁਣ ਇਹਦੇ ਵਿੱਚ ਮੈਂ ਸਭ ਤੋਂ ਨੀਚੇ ਜਾ ਕੇ ਦੇਖੂੰਗਾ
ਤੇ ਆ ਦੇਖੋ ਆਹ ਵਾਲੀਆਂ ਕੁਝ ਐਪਸ ਹੈ ਜੋ ਮੈਂ ਕਾਫੀ ਸਮੇਂ ਤੋਂ ਜਿਹੜੀਆਂ ਯੂਜ਼ ਨਹੀਂ ਕੀਤੀਆਂ ਪਰ ਮੇਰੇ ਮੋਬਾਈਲ ਦੇ ਵਿੱਚ ਹੈ, ਪਰ ਇਹਨਾਂ ਦਾ ਮੈਂ ਕੁਝ ਵੀ ਯੂਜ਼ ਨਹੀਂ ਕਰ ਰਿਹਾ। ਇੱਦਾਂ ਦੀਆਂ ਐਪਸ ਨੂੰ ਜਿਹੜਾ ਆ ਸਾਨੂੰ ਅਨਇੰਸਟਾਲ ਕਰ ਦੇਣਾ ਚਾਹੀਦਾ। ਅਨਇੰਸਟਾਲ 'ਤੇ ਕਲਿੱਕ ਕਰਕੇ ਉਹਨਾਂ ਨੂੰ ਅਨਇੰਸਟਾਲ ਕਰ ਦੇਣਾ ਚਾਹੀਦਾ। ਹਾਂਜੀ, ਅਗਲੀ ਗੱਲ ਆ ਜਾਂਦੀ ਆ ਅਪਡੇਸ਼ਨ ਦੀ। ਹੁਣ ਅਸੀਂ ਮੋਬਾਈਲ ਨੂੰ ਯੂਜ਼ ਕਰਦੇ ਹਾਂ ਤੇ ਇਹਦੇ ਵਿੱਚ ਜੋ ਐਪਸ ਹਨ ਜਾਂ ਜੋ ਮੋਬਾਈਲ ਦਾ ਆਪਣਾ ਓਪਰੇਟਿੰਗ ਸਿਸਟਮ ਹੈ ਉਹਨੂੰ ਅਪ ਟੂ ਡੇਟ ਰੱਖਣਾ ਚਾਹੀਦਾ। ਕਈ ਵਾਰ ਅਸੀਂ ਇਹਨਾਂ ਚੀਜ਼ਾਂ ਨੂੰ ਅਪਡੇਟ ਨਹੀਂ ਕਰਦੇ ਤੇ ਅਪਡੇਟ ਨਾ ਕਰਨ ਦੇ ਕਾਰਨ ਅਸੀਂ ਵਾਇਰਸ ਅਟੈਕ ਤੋਂ ਬਚ ਨਹੀਂ ਪਾਉਂਦੇ। ਪਰ ਜੇਕਰ ਸਾਡਾ ਓਪਰੇਟਿੰਗ ਸਿਸਟਮ ਜਾਂ ਸਾਡੀਆਂ ਐਪਸ ਅਪਡੇਟਿਡ ਹਨ ਤਾਂ ਉਹ ਕੋਈ ਜੇ ਰਿਸਕ ਆਂਦਾ ਵੀ ਹੈ ਤਾਂ ਉਹਨੂੰ ਕਈ ਵਾਰੀ ਸਾਨੂੰ ਬਚਾ ਜਾਂਦੀਆਂ। ਤੇ ਇਸ ਲਈ ਸਾਨੂੰ ਫੋਨ ਨੂੰ ਜਿਹੜਾ ਅਪ ਟੂ ਡੇਟ ਰੱਖਣਾ ਚਾਹੀਦਾ। ਹੁਣ ਅਪਡੇਟ ਕਰਨ ਵਾਸਤੇ ਅਸੀਂ ਸੈਟਿੰਗਸ 'ਤੇ ਜਾਵਾਂਗੇ। ਸੈਟਿੰਗਸ 'ਤੇ ਜਾ ਕੇ ਆਪਾਂ ਜੇ ਨੀਚੇ ਜਾਵਾਂਗੇ ਤੇ ਸਾਡੇ ਕੋਲ ਇੱਥੇ ਸੌਫਟ ਅਪਡੇਟ ਦੀ ਜਿਹੜੀ ਆ ਆਪਸ਼ਨ ਆ ਜਾਂਦੀ ਆ। ਅਸੀਂ ਇੱਥੇ ਕਲਿੱਕ ਕਰਾਂਗੇ ਤੇ ਇੱਥੇ ਦੇਖ ਸਕਦੇ ਆ ਜੇ ਸਾਡੇ ਕੋਲ ਆਪਸ਼ਨ ਹੋਏਗੀ ਤੇ ਜੇ ਅਪਡੇਟ ਆਇਆ ਹੋਏਗਾ ਤੇ ਸਾਨੂੰ ਇੱਥੋਂ ਅਪਡੇਟ ਕਰ ਲੈਣਾ ਚਾਹੀਦਾ। ਹੁਣ ਇੱਥੇ ਦੇਖੋ ਆਟੋ ਡਾਊਨਲੋਡ ਓਵਰ ਵਾਈਫਾਈ, ਮੈਂ ਇੱਥੇ ਇਹਨੂੰ ਔਨ ਕੀਤਾ ਹੋਇਆ ਕਿ ਆਟੋਮੈਟਿਕਲੀ ਜਿਹੜਾ ਆ ਉਹ ਜੇ ਕੋਈ ਅਪਡੇਟ ਆਉਂਦਾ ਉਹਨੂੰ ਡਾਊਨਲੋਡ ਕਰਕੇ ਇੰਸਟਾਲ ਕਰ ਦਿੰਦਾ। ਤੇ ਸਾਨੂੰ ਨਾਰਮਲੀ ਜਿਹੜਾ ਆ ਇਹਨੂੰ ਆਟੋ ਅਪਡੇਟ ਦੇ ਉੱਪਰ ਹੀ ਰੱਖਣਾ ਚਾਹੀਦਾ ਤਾਂ ਕਿ ਜਦੋਂ ਵੀ ਕੋਈ ਅਪਡੇਟ ਆਵੇ ਤੇ ਮੋਬਾਈਲ ਆਪਣੇ ਆਪ ਹੀ ਉਸ ਨੂੰ ਡਾਊਨਲੋਡ ਕਰਕੇ ਤੇ ਮੇਰੇ ਮੋਬਾਈਲ ਵਿੱਚ ਇੰਸਟਾਲ ਕਰ ਦੇਵੇ। ਠੀਕ ਆ, ਨਹੀਂ ਤੇ ਸਾਨੂੰ ਖੁਦ ਵੀ ਇੱਥੋਂ ਜਾ ਕੇ ਅਸੀਂ ਦੇਖ ਕੇ ਡਾਊਨਲੋਡ ਐਂਡ ਇੰਸਟਾਲ 'ਤੇ ਕਲਿੱਕ ਕਰ ਸਕਦੇ ਹਾਂ ਤੇ ਜੇ ਕੋਈ ਅਪਡੇਟ ਆਇਆ ਹੋਏਗਾ ਤੇ ਉਹ ਆਪਣੇ ਆਪ ਉਹ ਇਸ ਨੂੰ ਡਾਊਨਲੋਡ ਕਰੇਗਾ ਤੇ ਤੁਹਾਡੇ ਮੋਬਾਈਲ ਵਿੱਚ ਇੰਸਟਾਲ ਕਰ ਦੇਵੇਗਾ। ਇਹ ਤੇ ਸੀ ਸਿਸਟਮ ਅਪਡੇਸ਼ਨ ਦੀ ਗੱਲ। ਤੇ ਦੂਸਰੀ ਗੱਲ ਆ ਜਾਂਦੀ ਹੈ ਐਪਸ ਦੀ। ਜੋ ਵੀ ਐਪਸ ਸਾਡੇ ਮੋਬਾਈਲ ਦੇ ਵਿੱਚ ਹੁੰਦੀਆਂ ਉਹਨਾਂ ਨੂੰ ਅਪਡੇਟ ਕਰਨ ਵਾਸਤੇ ਫਿਰ ਅਸੀਂ ਆਪਣੇ ਪਲੇ ਸਟੋਰ ਦੇ ਵਿੱਚ ਜਾਵਾਂਗੇ। ਪਲੇ ਸਟੋਰ ਦੇ ਵਿੱਚ ਜਾ ਕੇ ਫਿਰ ਆਹ 3 ਲਾਈਨਸ ਦੇ ਉੱਪਰ ਕਲਿੱਕ ਕਰਾਂਗੇ ਤੇ ਫਿਰ ਇੱਥੇ ਜਾ ਕੇ ਮਾਈ ਐਪਸ ਐਂਡ ਗੇਮਸ 'ਤੇ ਕਲਿੱਕ ਕਰਾਂਗੇ। ਤੇ ਹੁਣ ਇਹਦੇ ਵਿੱਚ ਆ ਦੇਖੋ ਅਪਡੇਟਸ। ਹੁਣ ਆਹ ਸਾਰੀਆਂ ਐਪਸ ਆਹ ਵਾਲੀਆਂ ਜੇ ਦੇਖਿਆ ਜਾਵੇ ਆਹ 3 ਐਪਸ ਆ, ਇਹਨਾਂ ਦੇ ਅਪਡੇਟ ਜਿਹੜੇ ਆ ਉਹ ਆਏ ਹੋਏ ਆ। ਠੀਕ ਆ, ਬਾਕੀਆਂ ਜਿਹੜੀਆਂ ਉਹ ਅਪ ਟੂ ਡੇਟ ਹੈ ਪਰ ਆਹ 3 ਐਪਸ ਜਿਹੜੀਆਂ ਜਿਨ੍ਹਾਂ ਦੇ ਅਪਡੇਟ ਆਏ ਹੋਏ ਆ ਤੇ ਆਪਾਂ ਨੂੰ ਇਹਨਾਂ ਨੂੰ ਅਪਡੇਟ ਕਰ ਦੇਣਾ ਚਾਹੀਦਾ। ਜਿਹੜੀ ਵੀ ਕੋਈ ਅਪਡੇਸ਼ਨ ਆਉਂਦੀ ਆ ਉਹਨੂੰ ਸਾਨੂੰ ਨਾਲੋਂ ਦੇ ਨਾਲ ਅਪਡੇਟ ਕਰਦੇ ਰਹਿਣਾ ਚਾਹੀਦਾ ਤਾਂ ਕਿ ਸਾਡਾ ਫੋਨ ਜਿਹੜਾ ਹੈ ਉਹ ਸਿਕਿਉਰ ਰਹੇ। ਹੁਣ ਇਹ ਕੁਝ ਬੇਸਿਕ ਸੈਟਿੰਗਸ ਸੀਗੀਆਂ ਸਾਡੇ ਮੋਬਾਈਲ ਦੀਆਂ ਜਿਨ੍ਹਾਂ ਦੇ ਨਾਲ ਅਸੀਂ ਆਪਣੇ ਮੋਬਾਈਲ ਨੂੰ ਜਿਹੜਾ ਹੈ ਉਹ ਸਿਕਿਉਰ ਰੱਖ ਸਕਦੇ ਹਾਂ।